ਇਸ ਐਗਜ਼ੀਬਿਸ਼ਨ ਵਿੱਚ ਮੈਂਬਰਸ ਦੀਆਂ ਤਾਂ ਫੋਟੋਗ੍ਰਾਫਸ ਹੈਗੀਆਂ ਨੇ ਡਿਸਪਲੇ ਤੇ ਬੜੀ ਅਲੱਗ-ਅਲੱਗ ਵੈਰਾਈਟੀ ਆਫ ਫੋਟੋਗ੍ਰਾਫਸ ਨੇ 27 ਮੈਂਬਰਸ ਦੀਆਂ ਫੋਟੋਗ੍ਰਾਫਸ ਨੇਗੀਆਂ ਜਿਹੜੀਆਂ ਡਿਸਪਲੇ ਤੇ ਨੇਗੀਆਂ and different genres of pictures we are exhibiting. I think there are a lot of travel, there are portraiture, there is wildlife, there is art pictures, digital pictures. We are a 30-year-old organization. We have had many chief ministers and governors coming to for our exhibition previously also. ਫੋਟੋਗ੍ਰਾਫੀ ਨੂੰ ਆਰਟ ਫਾਰਮ ਆ ਬੜੇ ਮੈਨੂੰ ਲੱਗਦਾ ਵੀ ਅਰਾਊਂਡ 30-35 ਸਾਲ ਤੋਂ ਹੀ ਅਜੇ ਐਕਚੁਅਲੀ ਮੰਨੀ ਗਈ ਆ। ਪਹਿਲਾਂ ਇਹਨੂੰ ਅਸੀਂ ਕਦੀ ਵੀ ਪੇਂਟਿੰਗ ਸਕਲਪਚਰ ਦੇ ਬਰਾਬਰ ਨਹੀਂ ਸਮਝਦੇ ਸੀ। ਕੀ AI ਦਾ ਵੀ ਕੋਈ ਪ੍ਰਭਾਵ ਹੈ ਜਿਹੜਾ ਫੋਟੋਗ੍ਰਾਫਰਸ ਦੇ ਕਿਉਂਕਿ ਉਹ ਵੀ ਡਿਵੈਲਪ ਕਿਸੇ ਮਾਈਂਡ ਨੇ ਕੀਤੀ ਨਾ AI ਤਾਂ ਮਾਈਂਡ ਤਾਂ ਮੇਰੇ ਕੋਲ ਵੀ ਆ। ਜੇ ਮੇਰਾ ਮਾਈਂਡ ਹੀ ਉਹਨੇ ਫਾਸਟ ਆ ਮੈਂ AI ਨੂੰ ਫੇਲ ਕਰ ਸਕਦਾ। व्यू में आपको कोई इंटरेस्टिंग चीज़ डालनी पड़ती है क्योंकि बहुत लोग पोस्ट कर रहे हैं तो किसी ने अगर मेहनत करी है तभी उसको व्यू मिलेंगे, कोई नई चीज़ को व्यू मिलेंगे। ਲਾਈਫ ਦੇ ਨਾਲ ਰਿਲੇਟ ਕਰਕੇ ਦਿੰਨਾ ਹੈਪੀਨੈਸ ਕੀ ਆ। ਹੈਪੀਨੈਸ ਜਿਹੜੀ ਹੈ ਮਤਲਬ ਤੁਸੀਂ ਮੇਰੇ ਮੂੰਹ ਤੋਂ ਮੈਨੂੰ ਖੁਸ਼ ਦੇਖ ਕੇ ਨਹੀਂ ਕਹਿ ਸਕਦੇ ਵੀ ਮੈਂ ਬਹੁਤ ਹੈਪੀ ਹਾਂ। ਫੋਟੋਗ੍ਰਾਫਿਕ ਸੁਸਾਇਟੀ ਆਫ ਚੰਡੀਗੜ੍ਹ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਫੋਟੋਗ੍ਰਾਫੀ ਦੀ ਐਗਜ਼ੀਬਿਸ਼ਨ ਕਮ ਵਰਕਸ਼ਾਪ ਆਰਗੇਨਾਈਜ਼ ਕੀਤੀ ਗਈ ਹੈ। ਸੋ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਇਹ ਐਗਜ਼ੀਬਿਸ਼ਨ ਅਤੇ ਵਰਕਸ਼ਾਪ ਲਗਾਈ ਜਾਵੇਗੀ। ਇਸ ਵਿੱਚ ਕੋਈ ਵੀ ਵਿਅਕਤੀ ਹਿੱਸਾ ਲੈ ਸਕਦਾ ਹੈ। ਸੋ ਸੁਸਾਇਟੀ ਦੇ ਮੈਂਬਰਸ ਸਾਡੇ ਨਾਲ ਮੌਜੂਦ ਨੇ, ਪੂਰੀ ਜਾਣਕਾਰੀ ਲਵਾਂਗੇ, ਗੱਲਬਾਤ ਕਰਾਂਗੇ ਆਖਰ ਇਸ ਐਗਜ਼ੀਬਿਸ਼ਨ ਦੇ ਵਿੱਚ ਔਰ ਵਰਕਸ਼ਾਪ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ। ਸੋ ਸਭ ਤੋਂ ਪਹਿਲਾਂ ਜਨਰਲ ਸੈਕਟਰੀ ਨੇ ਮੈਡਮ, ਉਹਨਾਂ ਨਾਲ ਗੱਲ ਕਰਾਂਗੇ। ਮੈਡਮ, ਇਸ ਵਾਰ ਜਿਹੜੀ ਐਗਜ਼ੀਬਿਸ਼ਨ ਐਂਡ ਵਰਕਸ਼ਾਪ ਹੋ ਰਹੀ ਹੈ ਇਸ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ? ਇਸ ਐਗਜ਼ੀਬਿਸ਼ਨ ਵਿੱਚ ਮੈਂਬਰਸ ਦੀਆਂ ਤਾਂ ਫੋਟੋਗ੍ਰਾਫਸ ਹੈਗੀਆਂ ਨੇ ਡਿਸਪਲੇ ਤੇ ਬੜੀ ਅਲੱਗ-ਅਲੱਗ ਵੈਰਾਈਟੀ ਆਫ ਫੋਟੋਗ੍ਰਾਫਸ ਨੇ 27 ਮੈਂਬਰਸ ਦੀਆਂ ਫੋਟੋਗ੍ਰਾਫਸ ਨੇਗੀਆਂ ਜਿਹੜੀਆਂ ਡਿਸਪਲੇ ਤੇ ਨੇਗੀਆਂ। ਨਾਲ ਦੀ ਨਾਲ ਇਸ ਵਾਰੀ ਸਭ ਤੋਂ ਪਹਿਲੀ ਵਾਰੀ ਅਸੀਂ ਇੱਕ ਵਰਕਸ਼ਾਪਸ ਕਰਨ ਲੱਗੇ ਹਾਂ। ਹਰ ਰੋਜ਼ 3 ਦਿਨ ਵਰਕਸ਼ਾਪ ਹੋਏਗੀ ਜੋ ਕਿ ਸਾਡੇ 2 ਤਾਂ ਮੈਂਬਰਸ ਨੇ। ਪਹਿਲੇ ਦਿਨ ਡਾਕਟਰ ਸਕਸੈਨਾ ਦੀ ਵਰਕਸ਼ਾਪ ਹੈ ਜਿਹੜੇ ਤੁਹਾਨੂੰ ਲਾਈਟ ਰੂਮ ਦੇ ਬਾਰੇ ਦੱਸਣਗੇ, ਐਡੀਟਿੰਗ ਦੇ ਬਾਰੇ ਦੱਸਣਗੇ, ਤੇ ਦੂਜੇ ਦਿਨ ਅਮਰਬੀਰ ਸਿੰਘ ਜੀ ਹੈਗੇ ਜਿਹੜੇ ਕਿ ਪੋਰਟਰੇਟਸ ਦੇ ਉੱਤੇ ਫੋਟੋਗ੍ਰਾਫੀ ਵਰਕਸ਼ਾਪ ਕਰਨਗੇ। ਐਂਡ ਤੀਜੇ ਦਿਨ ਵੀ ਹੈਵ ਐਨ ਐਕਸਪਰਟ ਫੋਟੋਗ੍ਰਾਫਰ ਫਰਮ ਦਿੱਲੀ ਧੀਰਜ ਪੌਲ ਜੋ ਕਿ ਆਪਣੀ ਵਰਕਸ਼ਾਪ ਕਰਨਗੇ। ਜੀ ਸਰ, ਇਸ ਵਾਰ ਜਿਹੜੀ ਵਰਕਸ਼ਾਪ ਹੋ ਰਹੀ ਹੈ ਇਸ ਦੇ ਲਈ ਕੋਈ ਚਾਰजेस ਵੀ ਹੈ ਜਾਂ ਫਿਰ ਫ੍ਰੀ ਆਫ ਕੋਸਟ ਹੈ, ਕੋਈ ਵੀ ਪਾर्टिसिपेट कर सकता है? ये टोटली फ्री ऑफ कॉस्ट, कोई चार्जेस नहीं देने पड़े। जो भी आना चाहता है वो देख सकता है इसको। और दूसरा, इस बार जो एग्जीबिशन है उसमें 122 पिक्चर्स लग रही हैं और 27 लोगों का काम लग रहा है और ये 3 वर्कशॉप्स हैं। ਸਰ, ਇਸ ਵਾਰ ਚੀਫ ਗੈਸਟ ਗਵਰਨਰ ਸਾਹਿਬ ਵੀ ਆ ਰਹੇ ਹਨ। ਪਹਿਲਾਂ ਵੀ ਐਗਜ਼ੀਬਿਸ਼ਨਸ ਹੁੰਦੇ ਰਹੀਆਂ, ਇਸ ਵਾਰ ਵਾਲੀ ਐਗਜ਼ੀਬਿਸ਼ਨ 'ਚ ਪਹਿਲਾਂ ਨਾਲੋਂ ਕੀ ਖਾਸ ਹੈ? जो सबसे यूनिक फीचर है हमारी एग्जीबिशन का दिस टाइम इज दैट वी आर हैविंग अ होल लॉट ऑफ वर्कशॉप्स and which are free of cost. So that is very important for promoting photography in the region. And we are a 30-year-old organization. We have had many chief ministers and governors coming to for our exhibition previously also. But what is unique this time is the workshops that we are conducting free of cost. That is the whole thing. And different genres of pictures we are exhibiting. I think there are a lot of travel, there are portraiture, there is wildlife, there is art pictures, digital pictures. I think you will have a wide variety of pictures to see. हर एक के दिल की बात कहीं ना किसी फोटो पे छुपी हुई आपको मिल जाएगी. You will enjoy that. ਸਰ, ਇਸ ਵਾਰ ਜੋ ਐਗਜ਼ੀਬਿਸ਼ਨ ਹੋ ਰਹੀ ਹੈ ਉਸ ਵਿੱਚ ਹਰ ਤਰ੍ਹਾਂ ਦੀ ਫੋਟੋਗ੍ਰਾਫਸ ਨੇ ਜਿਹੜੇ ਉਹ ਦਿਖਾਏ ਜਾਣਗੇ, ਬਟ ਜਿਹੜੀ ਵਰਕਸ਼ਾਪ ਹੋਏਗੀ ਉਸ ਵਿੱਚ ਕਿਸ ਤਰ੍ਹਾਂ ਦੀ ਫੋਟੋਗ੍ਰਾਫੀ ਬਾਰੇ ਜਿਹੜੀ ਹੈ ਜਾਣਕਾਰੀ ਹੈ ਜਿਹੜੀ ਜਾਂ ਸਿਖਲਾਈ ਹੈ ਦਿੱਤੀ ਜਾਏਗੀ? ਜਿਹੜੀ ਦੇਖੋ ਜੀ, ਪਹਿਲੀ ਹੈਗੀ ਵਰਕਸ਼ਾਪ ਹੈ ਡਾਕਟਰ ਸਕਸੈਨਾ ਦੀ, ਸੁਧੀਰ ਸਕਸੈਨਾ। ਉਹ ਕਾਫੀ ਵਾਈਲਡ ਲਾਈਫ ਫੋਟੋਗ੍ਰਾਫੀ ਕਰਦੇ ਹੈ ਜੀ, ਔਰ ਉਹ ਇੰਡੀਆ ਤੋਂ ਇਲਾਵਾ ਬਾਹਰ ਵੀ ਕੀਨੀਆ ਤੋਂ ਔਰ ਹੋਰ ਵੀ ਦੇਸ਼ਾਂ 'ਚ ਉਹਨਾਂ ਨੇ ਇਹ ਕਰੀ ਹੈਗੀ। ਤਾਂ ਉਹਨਾਂ ਦਾ ਬੇਸਿਕਲੀ ਹੋਏਗਾ ਤਾਂ ਲਾਈਟ ਰੂਮ 'ਤੇ, ਕਿਉਂਕਿ ਉਹ ਜਿਹੜੀ ਐਡੀਟਿੰਗ ਹੁੰਦੀ ਹੈਗੀ, ਕਲਰ ਕਲੈਕਸ਼ਨ ਹੁੰਦੀ ਹੈ, ਉਹ ਸਾਰਾ ਦੱਸਣਗੇ। ਪਰ ਉਹਨਾਂ ਦੇ ਉਸ ਦੇ ਰਿਗਾਰਡਿੰਗ ਵੀ ਥੋੜ੍ਹਾ ਬਹੁਤ ਉਹ ਆਪਣਾ ਉਹਦੀ ਜਾਣਕਾਰੀ ਦੇਣਗੇ ਕਿ ਵਾਈਲਡ ਲਾਈਫ 'ਚ ਉਹਨਾਂ ਨੇ ਕਿਸ ਤਰ੍ਹਾਂ ਉਹਨੂੰ ਕਰਨਾ ਹੈਗਾ, ਉਹ ਵੀ ਇੱਕ ਉਹਨਾਂ ਦਾ ਨਾਲ ਹੋਏਗਾ। ਬਾਕੀ ਜਿਹੜੇ ਦੂਸਰੇ ਹੈਗੇ, ਅਮਰਬੀਰ ਸਿੰਘ ਹੈਗੇ,
ਉਹ ਤੁਹਾਡੇ ਵਾਸਤੇ ਜਿਹੜੀ ਸਟੂਡੀਓ ਦੀ ਲਾਈਟ ਹੁੰਦੀ ਹੈਗੀ, ਕਿਉਂਕਿ ਉਹ ਫੈਸ਼ਨ ਫੋਟੋਗ੍ਰਾਫਰਸ ਹੈ, ਉਹ ਉਹਦੇ ਬਾਰੇ 'ਚ ਦੱਸਣਗੇ ਕਿ ਉਹ ਸਟੂਡੀਓ ਦੇ ਅੰਦਰ ਜਿਹੜੀ ਫੋਟੋਗ੍ਰਾਫੀ ਹੁੰਦੀ ਹੈ ਉਸ ਦਾ ਕਿਸ ਤਰ੍ਹਾਂ ਤੁਸੀਂ ਇੰਪਰੂਵ ਕਰ ਸਕਦੇ ਹੋ। ਤੀਸਰੀ ਹੈ ਧੀਰਜ ਪੌਲ, ਉਹ ਦਿੱਲੀ ਤੋਂ ਆ ਰਹੇ ਹੈਗੇ, ਉਹ ਸੋਨੀ ਦੇ ਮੈਂਟਰ ਵੀ ਹੈਗੇ, ਔਰ ਉਹਨਾਂ ਦਾ ਜਿਹੜਾ ਹੋਏਗਾ ਉਹ ਸਟਰੀਟ ਫੋਟੋਗ੍ਰਾਫੀ ਔਰ ਲਾਈਫ ਕਿਆ ਹੈ, ਫੋਟੋਗ੍ਰਾਫੀ ਕਿਸ ਤਰ੍ਹਾਂ ਕੈਪਚਰ ਕਰਦੇ ਆ ਉਹਦੇ ਬਾਰੇ 'ਚ, ਜਾਂ ਹੋਰ ਵੀ ਜਿਹੜਾ ਵੀ ਕੁਝ ਵੀ ਕੋਈ ਉਹਨਾਂ ਨੂੰ ਪੁੱਛੇਗਾ, ਕਿਉਂਕਿ ਉਹਨਾਂ ਦਾ ਬੜਾ ਵਾਈਡ ਉਹ ਹੈਗਾ ਜਿਹੜਾ ਹੋਰਾਈਜ਼ਨ ਹੈਗਾ, ਤਾਂ ਉਸ ਤਰ੍ਹਾਂ ਦੱਸਣਗੇ ਜੀ ਉਹ। ਸਰ ਜਿਹੜੇ ਐਗਜ਼ੀਬਿਸ਼ਨ 'ਚ ਪਾਰਟਿਸਿਪੇਟ ਕਰਨ ਆਉਣਗੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਕਿਸ ਤਰ੍ਹਾਂ ਦਾ ਉਹ ਮਾਈਂਡ ਸੈਟਅਪ ਬਣਾ ਕੇ ਆਉਣ, ਕਿਉਂਕਿ ਇੱਕ ਫੋਟੋਗ੍ਰਾਫਰ ਨੂੰ ਬਹੁਤ ਕੁਝ ਆਪਣੇ ਲਈ ਬਣਾਉਣਾ ਪੈਂਦਾ, ਪਹਿਲਾਂ ਦਿਮਾਗ ਦੇ ਵਿੱਚ ਬਹੁਤ ਕੁਝ ਲੈ ਕੇ ਆਉਣਾ ਪੈਂਦਾ, ਤਾਂ ਉਹ ਕ੍ਰੀਏਟੀਵਿਟੀ ਕਰ ਪਾਉਂਦਾ, ਤਾਂ ਉਹ ਆਪਣੀ ਕਲਾ ਜਿਹੜੀ ਬਾਹਰ ਲੈ ਕੇ ਆ ਸਕਦਾ। ਉਹ ਉਸ ਦੇ ਲਈ ਸਭ ਤੋਂ ਪਹਿਲਾਂ ਕੀ ਬੇਸਿਕ ਜਿਹੜੀ ਨੀਡ ਹੋਣੀ ਚਾਹੀਦੀ, ਉਹ ਕਿਹੜੀ ਹੋਣੀ ਚਾਹੀਦੀ? ਦੇਖੋ ਜੀ, ਫੋਟੋਗ੍ਰਾਫੀ ਸਭ ਤੋਂ ਪਹਿਲਾਂ ਤਾਂ ਮੇਰੇ ਹਿਸਾਬ ਨਾਲ ਜੇ ਤੁਹਾਡੇ ਅੰਦਰ ਪੈਸ਼ਨ ਆ ਤਾਂ ਹੀ ਕਰਨੀ ਚਾਹੀਦੀ ਆ। ਫੋਟੋਗ੍ਰਾਫੀ ਬੇਸਿਕਲੀ ਡਿਵੈਲਪਮੈਂਟ ਹੋਈ ਆ ਡਾਕੂਮੈਂਟੇਸ਼ਨ ਤੋਂ। ਪਹਿਲਾਂ ਡਾਕੂਮੈਂਟੇਸ਼ਨ ਹੀ ਫੋਟੋਗ੍ਰਾਫੀ ਨੂੰ ਆਰਟ ਫਾਰਮ ਆ ਬੜੇ, ਮੈਨੂੰ ਲੱਗਦਾ ਵੀ ਅਰਾਊਂਡ 30-35 ਸਾਲ ਤੋਂ ਹੀ ਅਜੇ ਐਕਚੁਅਲੀ ਮੰਨੀ ਗਈ ਆ। ਪਹਿਲਾਂ ਇਹਨੂੰ ਅਸੀਂ ਕਦੀ ਵੀ ਪੇਂਟਿੰਗ ਸਕਲਪਚਰ ਦੇ ਬਰਾਬਰ ਨਹੀਂ ਸਮਝਦੇ ਸੀ, ਲੇਕਿਨ ਹੁਣ ਪਿਛਲੇ 30-40 ਸਾਲ ਤੋਂ ਇਹ ਆਰਟ ਫਾਰਮ ਪ੍ਰੋਪਰ ਮੰਨੀ ਗਈ ਆ ਤੇ ਲੋਕ ਇਹਨੂੰ ਉਸੇ ਐਂਗਲ ਤੋਂ ਦੇਖਦੇ ਵੀ ਆ। ਤਾਂ ਇਸ ਕਰਕੇ ਜੇ ਉਹਦੇ ਵਿੱਚ ਪੈਸ਼ਨ, ਜਿਹੜੇ ਤੁਸੀਂ ਆਪਾਂ ਆਰਟਿਸਟ ਹੁੰਦੇ ਆ, ਹੁਣ ਜੇ ਆਰਟਿਸਟ ਹੀ ਆਪਾਂ ਜਿਹਦਾ ਪੈਸ਼ਨ ਦੀ ਮੈਂ ਗੱਲ ਕੀਤੀ, ਜੇ ਆਰਟਿਸਟ ਹੀ ਇੱਕ ਚੀਜ਼ ਨੂੰ ਸਮਝੇ ਤਾਂ ਫਿਰ ਉਹ 'ਚ ਜੇ ਪੈਸ਼ਨ ਨਾ ਹੋਇਆ ਤਾਂ ਫਿਰ ਤਾਂ ਫੋਟੋਗ੍ਰਾਫੀ 'ਚੋਂ ਨਿਕਲ ਗਈ ਚੀਜ਼। ਫਿਰ ਤਾਂ ਤੁਸੀਂ ਉਹਨੂੰ ਇੱਕ ਲਾਈਵ ਸੀਨ ਨੂੰ ਖਿੱਚ ਲਿਆ, ਦਿਖਾਤਾ, ਉਹ ਡਾਕੂਮੈਂਟੇਸ਼ਨ ਹੀ ਹੋ ਗਈ। ਜੇ ਤੁਸੀਂ ਉਹਦੇ ਵਿੱਚ ਪੈਸ਼ਨ ਨਹੀਂ ਪਾਇਆ, ਜਿਹੜੇ ਥਰਡ ਡਿਮੈਂਸ਼ਨ ਆ, ਫੋਟੋਗ੍ਰਾਫੀ ਜੇ 2D ਥਿੰਗ, ਜੇ ਤੁਸੀਂ ਉਹਦੇ ਥਰਡ ਡਿਮੈਂਸ਼ਨ ਨਹੀਂ ਪਾਈ ਤਾਂ ਫਿਰ ਉਹ ਤੁਹਾਡਾ ਪੈਸ਼ਨ ਨਹੀਂ ਉਹਦੇ ਵਿੱਚ ਆਇਆ। ਇਸ ਕਰਕੇ ਥਰਡ ਹੀ ਉਹਦੇ ਵਿੱਚ ਪਾਉਣੀ ਜ਼ਰੂਰੀ ਆ। ਥਰਡ ਇਜ਼ ਬੇਸਿਕਲੀ ਪੈਸ਼ਨ। ਸਰ AI ਦਾ ਜ਼ਮਾਨਾ ਆ ਗਿਆ, ਕੀ AI ਦਾ ਵੀ ਕੋਈ ਪ੍ਰਭਾਵ ਹੈ ਜਿਹੜਾ ਫੋਟੋਗ੍ਰਾਫਰਸ ਦੇ ਉੱਤੇ ਜਾਂ ਫੋਟੋਗ੍ਰਾਫੀ ਇਸ ਲਾਈਨ ਦੇ ਉੱਤੇ ਪਿਆ ਹੈ? ਕਿਉਂਕਿ ਬਹੁਤ ਸਾਰੀਆਂ ਲਾਈਨਸ ਨੂੰ ਤਾਂ ਪ੍ਰਭਾਵਿਤ ਕੀਤਾ ਹੀ ਆ, ਨੁਕਸਾਨ ਬਹੁਤ AI ਦੇ ਦੇਖਣ ਨੂੰ ਮਿਲ ਰਿਹਾ ਜਿੱਥੇ ਫਾਇਦੇ ਨੇ। ਫੋਟੋਗ੍ਰਾਫੀ ਲਾਈਨ ਦੇ ਨਾਲ ਇਸ ਦਾ ਕਿਸ ਤਰ੍ਹਾਂ ਦਾ ਕਨੈਕਸ਼ਨ ਹੈ? ਦੇਖੋ ਜੀ, ਇੱਕ ਵੈਸੇ ਆਪਾਂ ਕਹੀਏ ਓਰੀਜਨਲ ਹੀ ਹੁੰਦਾ, ਇਹ ਤਾਂ ਆਪਾਂ ਮੰਨੀ ਜਾਈਏ, ਠੀਕ ਨਹੀਂ? ਬੜੀ ਇਹ ਦੁਨੀਆ ਕਿਹੜੀ ਹੁਣ ਤੋਂ ਆ, ਇੰਨੀ ਲੰਬੀ ਦੁਨੀਆ ਚੱਲੀ ਆ, ਆਈ ਆ, ਬੜੀਆਂ ਚੀਜ਼ਾਂ ਨਵੀਆਂ ਆਈਆਂ, ਨਵੀਆਂ ਜਾਣਗੀਆਂ, ਠੀਕ ਆ ਨਾ? ਪਰ ਓਰੀਜਨਲ ਨੇ ਓਰੀਜਨਲ ਹੀ ਰਹਿਣਾ। ਜੇ ਤੁਸੀਂ ਓਰੀਜਨਲ ਫੋਟੋਗ੍ਰਾਫੀ ਕਰੋਗੇ, ਉਹ ਓਰੀਜਨਲ ਹੀ ਰਹਿਣੀ ਆ। AI ਆਏਗੀ, ਸਾਰਾ ਕੁਝ ਹੋਏਗਾ, ਲੇਕਿਨ ਉਹ ਲੋਕਾਂ ਨੂੰ ਪਤਾ ਚੱਲੀ ਜਾਂਦਾ, ਮਤਲਬ ਵੀ ਇਹਦੇ ਵਿੱਚ ਕੀ ਕੀਤਾ ਹੋਇਆ, ਕੀ ਉੱਪਰ ਨੀਚੇ ਕੀਤਾ ਹੋਇਆ, ਸਮਝ ਜਾਂਦੇ ਆ। ਫੋਟੋਸ਼ਾਪ ਆਈ ਇਹ ਤੋਂ ਪਹਿਲਾਂ, AI ਤੋਂ ਪਹਿਲਾਂ ਫੋਟੋਸ਼ਾਪ, ਲਾਈਟ ਰੂਮ ਆਏ ਸਾਰੇ, ਉਹ ਵੀ ਲੋਕਾਂ ਨੂੰ ਪਤਾ ਚੱਲ ਜਾਂਦਾ, ਮਤਲਬ ਵੀ ਇਹ 'ਚ ਫੋਟੋਗ੍ਰਾਫੀ ਕਿੰਨੀ ਗਾ, ਤਾਂ ਮਤਲਬ ਬਾਕੀ ਚੀਜ਼ਾਂ ਦੀ ਅਟੈਚਮੈਂਟ ਕਿੰਨੀ ਗਾ, ਸਾਰੀਆਂ ਚੀਜ਼ਾਂ ਇਹ ਚੱਲਣੀਆਂ। AI ਨੇ ਵੀ ਉਹਦੇ ਵਿੱਚ ਵੱਡਾ ਰੋਲ ਹੋਏਗਾ ਨਾ। ਬੇਸਿਕਲੀ ਜਿਹੜੀ ਇਹ ਟੈਕਨੋਲੋਜੀ ਆ ਨਾ, ਇਹਨੂੰ ਅਸੀਂ ਕਿਸ ਲਿਮਿਟ ਤੱਕ ਯੂਜ਼ ਕਰਨਾ ਆ, ਦੈਟ ਡਿਪੈਂਡ ਔਨ ਦਾ ਪਰਸਨ, ਵੀ ਕਿਹੜਾ ਬੰਦਾ ਇਹਨੂੰ ਕਿੱਦਾਂ ਕਰ ਰਿਹਾ। ਜੇ ਤੁਸੀਂ ਉਹਨੂੰ ਆਪਣੇ ਹਥਿਆਰ ਸੁੱਟ ਦਿੱਤੇ ਤਾਂ ਉਹਨੂੰ ਅੱਗੇ ਲਾ ਲਿਆ, ਤਾਂ ਫਿਰ ਉਹਨੇ ਤੁਹਾਡੇ ਹੱਥ ਨਹੀਂ ਆਉਣਾ। ਤੁਸੀਂ ਆਪਣੇ, ਕਿਉਂਕਿ ਉਹ ਵੀ ਡਿਵੈਲਪ ਕਿਸੇ ਮਾਈਂਡ ਨੇ ਕੀਤੀ ਨਾ AI, ਤਾਂ ਮਾਈਂਡ ਤਾਂ ਮੇਰੇ ਕੋਲ ਵੀ ਆ। ਜੇ ਮੇਰਾ ਮਾਈਂਡ ਹੀ ਉਹਨੇ ਫਾਸਟ ਆ, ਮੈਂ AI ਨੂੰ ਫੇਲ ਕਰ ਸਕਦਾ? ਹੈ ਤਾਂ ਮਾਈਂਡ ਦੀ ਗੱਲ ਹੀ ਨਾ, ਮਾਈਂਡ ਬੇਸ ਚੀਜ਼ ਆ। ਮਤਲਬ ਤਾਂ ਅਸੀਂ ਆਪਾਂ AI ਜਿਹੜੀ ਮਰਜ਼ੀ ਹੈ, ਜੇ ਸਾਨੂੰ ਐਕਚੁਅਲ ਆਪਣੀ ਫੋਟੋਗ੍ਰਾਫੀ ਤੋਂ ਹੀ ਸਿੱਖਣਾ ਹੈ, ਉਹਦੇ ਵਿੱਚ ਹੀ ਜਾਣਾ ਹੈ, ਤੁਸੀਂ ਓਰੀਜਨਲ ਪੇਸ਼ ਕਰਨੀ ਹੈ, ਡਾਕੂਮੈਂਟੇਸ਼ਨ ਪਲੱਸ ਆਰਟ ਲਾ ਕੇ ਤੁਸੀਂ ਪੇਸ਼ ਕਰੋਗੇ ਤਾਂ ਜੋ ਵੀ ਨਵੀਆਂ ਚੀਜ਼ਾਂ ਆਉਂਦੀਆਂ ਜਾਂ ਉਹਨੂੰ ਜ਼ਿਆਦਾ ਫਰਕ ਨਹੀਂ ਪਏਗਾ। ਸੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਲੋਕ ਵਿਊਜ਼ ਦੇ ਲਈ ਵੀ ਬਹੁਤ ਕੁਝ ਕਰਦੇ ਨੇ। ਸੋ ਵਿਊਜ਼ ਦੀ, ਮੈਂ ਸੋਸ਼ਲ ਮੀਡੀਆ ਦੀ ਗੱਲ ਕਰੂੰਗਾ ਸਰ। ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਵਿਊਜ਼ ਦੀ ਦੌੜ ਬਹੁਤ ਲੱਗੀ ਹੋਈ ਹੈ। ਹਰ ਕੋਈ ਲਾਈਨ 'ਚ, ਜਿਹੜੇ ਵੀ ਲਾਈਨ ਹੈ ਪ੍ਰੋਫੈਸ਼ਨਲ, ਉਹਦੇ ਵਿੱਚ ਹਰ ਕੋਈ ਚਾਹੁੰਦਾ ਵਿਊਜ਼ ਆਉਣ। ਕੀ ਇਹ ਜਿਹੜੇ ਵਿਊਜ਼ ਵਾਲੀ ਦੌੜ ਹੈ, ਇਸ ਨਾਲ ਵੀ ਫੋਟੋਗ੍ਰਾਫੀ ਲਾਈਨ ਪ੍ਰਭਾਵਿਤ ਹੁੰਦੀ ਹੈ ਜਾਂ ਇਹਦਾ ਕੋਈ ਪੋਜ਼ਿਟਿਵ ਇੰਪੈਕਟ ਹੈ? ਨਾਲ ਸਭ ਤੋਂ ਇੰਪੋਰਟੈਂਟ ਹੈ ਕਿ ਫੋਟੋਗ੍ਰਾਫੀ ਅੱਜ ਹਰ ਜਗ੍ਹਾ ਫੋਟੋਗ੍ਰਾਫੀ ਹੋ ਰਹੀ ਹੈ। ਤੁਸੀਂ ਇੱਥੇ ਵੀ ਖੜੇ ਹੋ, ਯੂ ਬੀਨ ਫੋਟੋਗ੍ਰਾਫਡ ਔਰ ਵੀਡੀਓਗ੍ਰਾਫਡ, ਹੈ ਨਾ? ਤੇ ਹੁਣ ਜਿਹੜੇ ਮੋਬਾਈਲ ਹੈ, ਉਹਦੇ ਕਰਕੇ ਫੋਟੋਗ੍ਰਾਫੀ ਜਿਹੜੀ ਹੈ ਉਹ ਚਾਹੇ ਸੈਲਫੀ ਹੈ, ਪਰ ਫੋਟੋਗ੍ਰਾਫ ਬਹੁਤ ਹੋ ਰਹੀ ਹੈ। ਲੋਕੀ ਫੋਟੋਗ੍ਰਾਫ ਨੂੰ ਸਮਝਦੇ ਨੇ। ਈਵਨ ਤੁਸੀਂ ਫੇਸਬੁੱਕ ਤੇ ਇੰਸਟਾ ਤੇ ਦੇਖੋ, ਬਹੁਤ ਅੱਛੀ ਪਿਕਚਰ ਸ਼ੇਅਰ ਹੁੰਦੀਆਂ ਨੇ। ਤੇ ਪੋਜ਼ਿਟਿਵ ਸਾਈਡ ਇਹ ਹੈ ਕਿ ਤੁਸੀਂ ਪਹਿਲਾਂ ਕੰਮ ਕਰਦੇ ਸੀ ਤੇ ਉਹ ਤੁਹਾਡੇ ਤੇ तक ही रहता था, है ना? तो मैं थोड़ा सा हिंदी पंजाबी मिक्स करता हूँ, है ना? तो अब क्या है, आपका काम जो है, आप अपना काम मासेस में पहुँचा सकते हो, तो पॉजिटिव भी है ये। बाकी व्यू की बात है, अगर आप डिफरेंट काम करोगे तभी आपको व्यू मिलेंगे। अगर चाहे आप AI से कर रहे हैं, वो भी क्वालिटी काम होना चाहिए, तो व्यू ऐसे नहीं मिलते। व्यू में आपको कोई इंटरेस्टिंग चीज़ डालनी पड़ती है, क्योंकि बहुत लोग पोस्ट कर रहे हैं, तो किसी ने अगर मेहनत करी है तभी उसको व्यू मिलेंगे, कोई नई चीज़ को व्यू मिलेंगे। तो व्यू की होड़ तो है, बट ये भी है कि व्यू होते एक्चुअल नहीं है। आप खरीद के अलग बात है, कितने खरीद लोगे, है ना? पता भी लग जाता है जो खरीदे हुए हैं।
तो अगर आप एक्चुअल में अच्छा काम कर रहे हैं तो आपको व्यू मिलेंगे, अदरवाइज नहीं मिलेंगे। ਸਰ ਬਹੁਤ ਵਾਰ ਐਸਾ ਹੁੰਦਾ ਹੈ, ਇੱਦਾਂ ਹੁੰਦਾ ਹੈ ਕਿ ਲੋਕ ਫੋਟੋਗ੍ਰਾਫਰ ਨੂੰ ਦੇਖਦੇ ਆ, ਵੱਡੇ ਕੈਮਰੇ ਹੁੰਦੇ ਆ, ਵੱਡੇ ਲੈਂਸ ਹੁੰਦੇ ਆ। ਜੋ ਕੋਈ ਫੋਟੋਗ੍ਰਾਫੀ ਦਾ ਸ਼ੌਂਕ ਰੱਖਦਾ ਉਹਨੂੰ ਇਹ ਹੁੰਦਾ ਕਿ ਅਗਰ ਵੱਡਾ ਲੈਂਸ ਹੋਏਗਾ ਜਾਂ ਵੱਡਾ ਕੈਮਰਾ ਹੋਏਗਾ ਤਾਂ ਹੀ ਅੱਛੀ ਫੋਟੋਗ੍ਰਾਫੀ ਹੋ ਸਕਦੀ ਹੈ। ਉਹ ਉਸ ਦੇ ਲਈ ਜ਼ਰੂਰ ਬੇਸਿਕ ਜਿਹੜਾ See, that is a complex that you develop on your own. Insecurity है, that is a complex insecurity. I'll tell you my own example. ਮੇਰੇ ਫਾਦਰ ਸਾਹਿਬ ਨੇ ਕੈਮਰਾ ਲਿੱਤਾ ਸੀ 1950 ਚ ਬਰਮਾ ਤੋਂ ਲੈ ਕੇ ਆਏ ਸੀਗੇ। I won an award in 1984 on that camera. ਰੋਲੀਕੋਟ ਜਿਹੜਾ ਰਾਜ ਕਪੂਰ ਦੇ ਟਾਈਮ 'ਚ ਨਹੀਂ ਹੁੰਦਾ ਸੀ ਵੀ 2 ਲੈਂਸਸ ਵਾਲਾ, ਉਹ ਤੋਂ ਵੀ ਮੈਂ ਅਵਾਰਡ ਜਿੱਤੇ ਹੋਏਗੇ। ਜਿਹੜਾ ਹੁਣ ਦਾ ਕੈਮਰਾ ਉਹ ਤੋਂ भी अवार्ड लेंदे। सो अगेन आई कम बैक टू व्हाट यशविंदर सिंह, पैशन होना चाहिए, आपके अंदर से आर्ट फॉर्म निकल के आता है। सो lenses and equipment are only part of it. The main thing is in your brains, it is in your head that what is behind your eyes. That is the most important part to create a picture. आप normal कैमरे से भी कर सकते हो, ऐसी बात नहीं है भी नहीं होता है। I क्वालिटी तो फ़ोन के कैमरे से भी हो सकती हाँ, absolutely, there is no challenge to that. This statement of yours is perfectly fine. Nobody will challenge that. उससे सिर्फ क्या होता है that थोड़ी यूनिक, लंबे लेंस मीन्स लॉन्ग फोकल लेंथ लेंसेज। आप उसकी शेर की फोटो ले रहे हो, किसी दूर से जानवर की ले रहे हो, देन इट इज़ फाइन, ठीक है। इवन आपने पोर्ट्रेट भी लेना है या सन की लेनी है, एस्ट्रो करना है, तो अलग अलग चीज़ें हैं, डिफरेंट एस्पेक्ट्स। इक्विपमेंट इज इम्पॉर्टेंट बट नॉट एवरीथिंग। आई वुड से दैट द मैन बिहाइंड द कैमरा इज मोर इम्पॉर्टेंट देन द कैमरा। ਸੋ ਮੈਮ ਇਸ ਵਾਰ ਜੋ ਐਗਜ਼ੀਬਿਸ਼ਨ ਵਰਕਸ਼ਾਪ ਹੋ ਰਹੀ ਹੈ, ਇਸ ਤੋਂ ਬਾਅਦ ਨੈਕਸਟ ਈਅਰ ਆਏਗਾ ਜਾਂ ਅੱਗੇ ਫਿਊਚਰ ਦੀ ਕੀ ਪਲੈਨਿੰਗ ਹੈ? ਸੁਸਾਇਟੀ ਵੱਲੋਂ ਕਿਸ ਤਰ੍ਹਾਂ ਦਾ ਉਪਰਾਲਾ ਜਿਹੜਾ ਫੋਟੋਗ੍ਰਾਫੀ ਨੂੰ ਲੈ ਕੇ ਕੀਤਾ ਜਾਏਗਾ? ਦੇਖिए ਅਸੀਂ ਸਾਡੀ ਸੁਸਾਇਟੀ ਚਾਹੁੰਦੀ ਹੈ ਕਿ ਫੋਟੋਗ੍ਰਾਫੀ ਐਜ਼ ਐਨ ਆਰਟ ਫਾਰਮ ਡਿਵੈਲਪ ਹੋਵੇ ਐਂਡ ਜ਼ਿਆਦਾ ਤੋਂ ਜ਼ਿਆਦਾ ਲੋਕ ਇਹਦੇ 'ਚ ਇੰਟਰਸਟ ਲੈਣ, ਪਾਰਟਿਸਿਪੇਟ ਕਰਨ, ਤੇ ਵਰਕਸ਼ਾਪਸ ਵੀ ਇਸ ਤਰ੍ਹਾਂ ਹੀ ਨੇਗੀਆਂ ਸੋ ਦੈਟ ਵੀ ਪੋਪੂਲਰਾਈਜ਼ ਫੋਟੋਗ੍ਰਾਫੀ। ਜਿਹੜੇ ਤੁਸੀਂ ਕਿਹਾ ਨਾ AI, ਸੋ ਇਟਸ ਲਾਈਕ ਤੇ ਤੁਹਾਨੂੰ ਕੰਮ ਕਰਕੇ ਮਜ਼ਾ ਆਏਗਾ ਐਂਡ ਇਟਸ ਅ ਪੈਸ਼ਨ ਕਿ ਤੁਸੀਂ ਪਰਸਿਊ ਕਰ ਰਹੇ ਆ। ਐਂਡ ਆਲ ਆਫ ਅਸ ਆਰ ਪ੍ਰੋਫੈਸ਼ਨਲਸ ਇਨ ਫੋਟੋਗ੍ਰਾਫੀ ਸੁਸਾਇਟੀ। ਅਸੀਂ ਆਪਣੇ ਆਪਣੇ ਡੋਮੇਨ ਵਿੱਚ ਬਿਜ਼ੀ ਆ ਬਟ ਵੀ ਸਪੇਅਰ ਟਾਈਮ ਫॉर ਫੋਟੋਗ੍ਰਾਫੀ ਐਂਡ ਐਵਰੀ ਈਅਰ ਅਸੀਂ ਵੀ ਲੁੱਕ ਫਾਰਵਰਡ ਟੂ ਦਿਸ ਐਨੂਅਲ ਐਗਜ਼ੀਬਿਸ਼ਨ ਬਿਕੋਜ਼ ਇਹਦੇ ਵਿੱਚ ਅਸੀਂ ਸ਼ੇਅਰ ਕਰਦੇ ਹਾਂ ਬਾਕੀਆਂ ਨਾਲ ਆਪਣੇ ਵੀ ਜਿਹੜੇ ਵੀ ਕੈਪਚਰਸ ਨੇਗੇ, ਵੀ ਸ਼ੇਅਰ ਦੋਜ਼ ਵਿਦ ਦ ਵਿਊਅਰਸ। ਸੋ ਵੀ ਆਲਸੋ ਲਾਈਕ ਬਿਕੋਜ਼ ਇਟਸ ਅ ਵੇ ਆਫ ਐਕਸਪ੍ਰੈਸ਼ਨ। ਕੱਲੇ ਤੁਸੀਂ ਫੋਟੋਗ੍ਰਾਫ ਖਿੱਚਦੀ ਦੋਗਾ ਨੇ ਨਹੀਂ ਦੇਖਿਆ, ਇਟਸ ਆਫ ਨੋ ਯੂਜ਼। ਸੋ ਜਦੋਂ ਸ਼ੇਅਰ ਕਰਦੇ ਹਾਂ ਵੀ ਆਲਸੋ ਲਰਨ, ਵੀ ਗੈਟ ਕਮੈਂਟਸ ਫਰੋਮ ਦ ਵਿਊਅਰਸ ਆਲਸੋ, ਫਰੋਮ ਐਕਸਪਰਟ ਫੋਟੋਗ੍ਰਾਫਰਸ ਆਲਸੋ। So I foresee that this society will be doing a good work in popularizing photography and in getting more people involved in this. And it's also a way to matlab jiਵੇਂ ਦੂਜੇ art forms ਹੈ, sculpture ਹੋਗੀ, painting ਹੋਗੀ, so photography also is an art form and it helps to unite people together. ਆਰਟ ਦੀ ਗੱਲ ਹੋ ਰਹੀ ਹੈ ਸਰ, ਫੋਟੋਗ੍ਰਾਫੀ ਇੱਕ ਆਰਟ ਹੈ, ਆਰਟਿਸਟ ਹੁੰਦੇ ਨੇ ਫੋਟੋਗ੍ਰਾਫਰ। ਕੀ ਲੱਗਦਾ ਕਿ ਉਹ ਉਸ ਤਰ੍ਹਾਂ ਦਾ ਰੁਤਬਾ ਹੈ ਜਿਹੜਾ ਫੋਟੋਗ੍ਰਾਫਰਸ ਨੂੰ ਜਿਵੇਂ ਹੋਰ ਆਰਟਿਸਟ ਨੂੰ ਮਿਲਦਾ ਹੈ, ਉਹ ਮਿਲਿਆ ਹੈ? ਨਹੀਂ ਦੇਖੋ ਹਾਲੇ ਮਿਲ ਸਕਦਾ ਹੈਗਾ, ਪਰ ਪ੍ਰੋਬਲਮ ਸਾਰੀ ਇਹੀ ਆ ਰਹੀ ਹੈ ਕਿ ਅੱਜ ਕੱਲ੍ਹ ਜਿੰਨੀ ਵੀ ਫੋਟੋਗ੍ਰਾਫੀ ਹੋ ਰਹੀ ਹੈਗੀ ਨਾ, ਉਹ ਹਰ ਬੰਦਾ ਜਿਸ ਤਰ੍ਹਾਂ ਮਿਊਜ਼ਿਕ 'ਚ ਵੀ ਹੈ, ਸ਼ਾਇਦ ਇਹ ਫੇਜ਼ ਚੱਲ ਰਿਹਾ ਹੈ ਇਸ ਟਾਈਮ ਕਿ ਜੋੜਾ ਵੀ ਜਿਸ ਤਰ੍ਹਾਂ ਦਾ ਵੀ ਗਾ ਦਿੰਦਾ, ਕਹਿੰਦਾ ਜੀ ਇਹੀ ਹੈ, ਮੈਨੂੰ ਕੋਈ ਕਲਾਸਿਕ ਸਿੱਖਣ ਦੀ ਜ਼ਰੂਰਤ ਨਹੀਂ, ਮੈਨੂੰ ਕੁਛ ਨਹੀਂ, ਕਿਉਂਕਿ ਉਹਦਾ ਗਾਣਾ ਹਿੱਟ ਹੋ ਗਿਆ। ਹੁਣ ਅਗਰ ਕੋਈ ਓਲਡ ਫੈਸ਼ਨ ਜਿਹੜੇ ਹੈ ਸਕੂਲ ਦੇ ਜਿਹੜੇ ਬੰਦੇ ਅਗਰ ਉਹਨੂੰ ਦੇਖਣਗੇ, ਉਹ ਕਹਿਣਗੇ ਨਹੀਂ ਇਹਦੇ 'ਚ ਤਾਂ ਸੁਰ ਵੀ ਨਹੀਂ ਹੈ, ਇਹਦੇ ਵਿੱਚ ਤਾਂ ਜਿਹੜਾ ਹੈਗਾ ਇਹਦੀ ਜਿਹੜੀਆਂ ਮਾਤਰਾ ਹੈ ਸਭ ਹੈ ਉਹ ਗਲਤ ਹੈਗੀਆਂ, ਪਰ ਹਾਂ ਗਾਣਾ ਬੜਾ ਚੱਲ ਰਿਹਾ ਹੈਗਾ, ਠੀਕ ਹੈ। ਤਾਂ ਉਹ ਵਾਲਾ ਤਾਂ ਸਭ ਕੁਝ ਠੀਕ ਹੈ, ਪਰ ਅਗਰ ਤੁਸੀਂ ਬਿਲਕੁਲ ਇੱਕ ਪਿਓਰੀਟੇਰੀਅਨ ਹੋ ਕੇ ਠੀਕ ਕੰਪੋਜੀਸ਼ਨ ਹੈ ਔਰ ਅੱਛੀ ਲਾਈਟ ਹੈ ਜਾਂ ਹੋਰ ਵੀ ਜਿਹੜੀਆਂ ਫੋਟੋਗ੍ਰਾਫੀ ਦੀ ਬੇਸਿਕ ਚੀਜ਼ਾਂ ਹੈ ਉਹਨਾਂ ਨੂੰ ਫੋਲੋ ਕਰਕੇ ਪਿਕਚਰ ਬਣਾਉਂਦੇ ਹੈਗੇ, ਉਹ ਆਰਟ ਫਾਰਮ 'ਚ ਆ ਸਕਦੀ ਹੈ। ਪਰ ਅਗਰ ਤੁਸੀਂ ਕੁਝ ਵੀ ਕਰਦੇ ਹੈਗੇ, ਹੁਣ ਵੀ ਤੁਸੀਂ ਦੇਖੋ ਨਾ ਕਿ ਕੋਈ ਅਗਰ ਕਲਾਸੀਕਲ ਗਾਉਂਦਾ ਹੈਗਾ ਉਹਨੂੰ ਹੀ ਤੁਸੀਂ ਕਲਾਸੀਕਲ ਕਹਿੰਦੇ ਹੈਗੇ, ਬਾਕੀ ਜਿਹੜਾ ਦੂਸਰਾ ਗਾ ਸਕਦਾ, ਕੋਈ ਪੌਪ ਹੋ ਸਕਦਾ, ਕੁਝ ਹੋ ਸਕਦਾ ਹੈ। ਤਾਂ ਇਸ ਕਰਕੇ ਜਿਹੜਾ ਹੈ ਉਹ ਮਿਲ ਸਕਦਾ ਹੈਗਾ, ਪਰ ਕਿਉਂਕਿ ਇੰਨੀ ਜ਼ਿਆਦਾ ਹੋ ਗਈ ਹੈ, ਹਰ ਬੰਦਾ ਹੀ ਸਮਝਦਾ ਹੈ ਕਿ ਜੀ ਮੈਂ ਫੋਟੋਗ੍ਰਾਫਰ ਹੈ। ਮੋਬਾਈਲ ਨਾਲ ਫਾਇਦਾ ਵੀ ਹੋਇਆ, ਨੁਕਸਾਨ ਵੀ ਹੋਇਆ ਹੈ ਕਿ ਉਹ ਫਾਲਸ ਹੈ ਸਭ ਕੁਝ। ਤੁਸੀਂ ਸਾਡੇ ਬਹੁਤ ਸਾਰੇ ਦੋਸਤ ਹੈ ਤਾਂ ਉਹ ਬੰਦੇ ਨੂੰ ਲੱਗਦਾ ਹੈ ਕਿ ਮੈਂ ਜਿਹੜੀ ਫੋਟੋ ਖਿੱਚੀ ਹੈ ਇਹਦੇ ਤਾਂ ਇੰਨੇ ਸਾਰੇ ਆ ਗਏ ਹੈ, ਤਾਂ ਮੈਂ ਬਹੁਤ ਬੜਾ ਫੋਟੋਗ੍ਰਾਫਰ ਹੋ ਗਿਆ। ਪਰ ਉਹ ਕੌਣ ਹੈ? ਕੋਈ ਉਹਨਾਂ 'ਚੋਂ ਉਹ ਵਾਲਾ ਬੰਦਾ ਨਹੀਂ ਹੈ ਜਿਹੜਾ ਜਿਸਨੇ ਉਹਨੂੰ ਉਹ ਕਰਿਆ ਹੈਗਾ, ਕਿਸੇ ਨੇ ਉਹਨੂੰ ਐਨਾਲਾਈਜ਼ ਕਰਿਆ ਹੈ ਜਾਂ ਉਹਨੂੰ ਕ੍ਰਿਟੀਕਲੀ ਦੇਖਿਆ ਹੈਗਾ। ਸਭ ਨੇ ਕਿਹਾ ਕੰਨਾਂ ਨੂੰ ਅੱਛਾ ਮਜ਼ਾ ਆ ਰਿਹਾ ਹੈ, ਡਾਂਸ ਕਰ ਸਕਦੇ ਹਾਂ, ਉਹ ਉਸ ਤਰ੍ਹਾਂ ਹੈ। ਤਾਂ ਫੋਟੋਗ੍ਰਾਫੀ ਵੀ ਉਸ ਤਰ੍ਹਾਂ ਹੀ ਹੈ। ਲੈਂਡਸਕੇਪਸ ਹੈ, ਕਿਤੇ ਵੀ ਤੁਸੀਂ ਲੈਂਡਸਕੇਪ ਲਗਾ ਦਿੰਦੇ ਹੈਗੇ
ਤਾਂ ਤੁਹਾਨੂੰ ਲੱਗਦਾ ਹੈਗਾ ਸਭ ਨੂੰ ਬੜੇ ਅੱਛੇ ਲੱਗਦੇ ਆ, ਪਰ ਤੁਸੀਂ ਜਦ ਕੋਈ ਅੱਛੀ ਪਿਕਚਰ ਖਿੱਚਦੇ ਹੈਗੇ ਉਹਦੇ ਬਹੁਤ ਘੱਟ ਵਿਊਜ਼ ਆਉਂਦੇ ਆ। ਜਦ ਕਿ ਉਹ ਅੱਛੀ ਪਿਕਚਰ ਹੁੰਦੀ ਹੈ, ਪਰ ਤਾਂ ਹੀ ਅੱਛਾ ਫੋਟੋਗ੍ਰਾਫਰ ਕਹਿੰਦਾ ਯਾਰ ਚਲੋ ਮੈਨੂੰ ਇੰਨੇ ਵਿਊਜ਼ ਨਹੀਂ ਮਿਲੇ, ਕਿਸੇ ਇੱਕ ਕ੍ਰਿਟਿਕ ਨੇ ਮੈਨੂੰ ਐਪਰੀਸ਼ੀਏਟ ਕਰ ਦਿੱਤਾ, ਇਹਦਾ ਮਤਲਬ ਇਹ ਪਿਕਚਰ ਅੱਛੀ ਹੈ। ਤਾਂ ਆਰਟ ਫਾਰਮ ਦਾ ਵੀ ਇਸੀ ਕਰਕੇ ਹੈ ਕਿ ਅੱਛੀ ਪਿਕਚਰ ਅਗਰ ਹੋਏਗੀ ਤਾਂ ਜ਼ਰੂਰ ਉਹਨੂੰ ਦਰਜਾ ਮਿਲੇਗਾ, ਨਾਰਮਲ ਹੋਏਗੀ ਫਿਰ ਉਹਨੂੰ ਕੋਈ ਇਸ ਤਰ੍ਹਾਂ ਨਹੀਂ ਕਰੇਗਾ। ਠੀਕ ਹੈ ਸਰ, ਫੋਟੋਗ੍ਰਾਫੀ ਦੀ ਗੱਲ ਹੋ ਰਹੀ ਹੈ ਕਿ ਬਹੁਤ ਸਾਰੇ ਜਿਵੇਂ ਸਹੀ ਫੋਟੋ ਨਹੀਂ ਹੁੰਦੀ ਉਸ ਨੂੰ ਵੀ ਵਿਊਜ਼ ਅੱਛੇ ਆ ਜਾਂਦੇ ਨੇ, ਠੀਕ ਹੈ। ਉਹ ਜੋ ਖਿੱਚੀ ਆ ਉਹ ਠੀਕ ਹੁੰਦੀ ਹੈ, ਆਪਾਂ ਇਹ ਨਹੀਂ ਕਹਿ ਸਕਦੇ ਕਿ ਹਰ ਇੱਕ ਦਾ ਆਪਣਾ ਲੈਵਲ ਹੈ, ਬਟ ਅਸਲੀ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਬੈਸਟ ਫੋਟੋਗ੍ਰਾਫੀ ਹੈ ਜਿਹੜੀ, ਜਾਂ ਬੈਸਟ ਫੋਟੋਗ੍ਰਾਫ ਹੈ, ਉਹਦੀ ਪਛਾਣ ਕਿਵੇਂ ਕੀਤੀ ਜਾ ਸਕੇ? ਕਿਉਂਕਿ ਆਮ ਪਬਲਿਕ ਹੈ ਜਾਂ ਸਾਡੇ ਵਰਗੇ ਹੈ ਜਾਂ ਕੋਈ ਜਿਨ੍ਹਾਂ ਨੂੰ ਕੈਮਰਾਸ ਦੀ ਬਹੁਤਾ ਨੌਲੇਜ ਨਹੀਂ ਵੀ ਹੁੰਦੀ, ਉਹ ਕਿਵੇਂ ਪਛਾਣ ਸਕਦਾ? ਦੇਖੋ, ਇਹਦੀ ਤੁਹਾਨੂੰ ਮੈਂ ਐਗਜ਼ਾਮਪਲ ਲਾਈਫ ਦੇ ਨਾਲ ਰਿਲੇਟ ਕਰਕੇ ਦਿੰਦਾ। ਹੈਪੀਨੈਸ ਕੀ ਆ? ਹੈਪੀਨੈਸ ਜਿਹੜੀ ਹੈ, ਮਤਲਬ ਤੁਸੀਂ ਮੇਰੇ ਮੂੰਹ ਤੋਂ ਮੈਨੂੰ ਖੁਸ਼ ਦੇਖ ਕੇ ਨਹੀਂ ਕਹਿ ਸਕਦੇ ਵੀ ਮੈਂ ਬਹੁਤ ਹੈਪੀ ਹਾਂ। ਹੈਪੀ ਮੈਂ ਅੰਦਰੋਂ ਹੋਊਗਾ। ਜੇ ਮੈਨੂੰ ਅੰਦਰ ਨੇ ਮੇਰੇ ਨੇ ਮੈਨੂੰ ਖੁਸ਼ੀ ਦਿੱਤੀ ਤਾਂ ਮੇਰੇ ਮੂੰਹ ਤੋਂ ਬਾਹਰ ਇੱਕਦਮ ਝਲਕੇਗੀ। ਜੇ ਮੈਂ ਕਿਸੇ ਦੇ ਸਾਹਮਣੇ ਹੱਸੀ ਜਾਵਾਂ ਅੰਦਰੋਂ ਮੈਂ ਦੁਖੀ ਹਾਂ, ਉਹ ਨਹੀਂ ਆ। ਫੋਟੋਗ੍ਰਾਫੀ ਵੀ ਇੱਦਾਂ ਹੀ ਆ। ਜੇ ਤੁਸੀਂ ਕਿਸੇ ਫੋਟੋਗ੍ਰਾਫਰ ਨੂੰ ਦੇਖਣਾ ਨਾ, ਤੇ ਅਸੀਂ ਦੇਖਦੇ ਕਿੱਦਾਂ ਆ? ਪਹਿਲਾਂ ਤਾਂ ਮੈਂ ਸਾਰੇ ਫੋਟੋਗ੍ਰਾਫਰਸ ਨੂੰ ਕਹਿੰਦਾ ਜਾਂ ਸਾਰੇ ਆਰਟ ਲਵਰਸ ਨੂੰ ਕਹਿੰਦਾ, ਤੁਸੀਂ ਜਦੋਂ ਵੀ ਕੋਈ ਐਗਜੀਬਿਸ਼ਨ ਦੇਖਦੇ ਨਾ, ਜੋ ਭਾਵੇਂ ਪੇਂਟਿੰਗ ਹੋਵੇ, ਸਕਲਪਚਰ ਹੋਵੇ, ਫੋਟੋਗ੍ਰਾਫ ਹੋਵੇ, ਉਹ ਤੇ 2 ਸਕਿੰਟ ਕੰਸਨਟਰੇਟ ਕਰਿਆ ਕਰੋ ਉਸ ਫੋਟੋਗ੍ਰਾਫ ਤੇ। ਜਿਹੜੇ 2 ਮਿੰਟ ਹੀ ਤੁਸੀਂ ਕੰਸਨਟਰੇਟ ਕਰਦੇ ਆ ਨਾ ਦਿਲੋਂ, ਮਤਲਬ ਕੋਈ ਵੀ ਭਾਵਨਾ ਅੰਦਰੋਂ ਡਿਵੈਲਪ ਹੋਣੀ ਆ। ਉੱਪਰੋਂ ਤੱਕ ਝੱਗ ਛਾਣੀ ਜਾਵਾਂਗੇ, ਕੋਈ ਮੀਨਿੰਗ ਨਹੀਂ ਉਹਦਾ। ਜਿਹੜੇ ਤੁਸੀਂ 2 ਮਿੰਟ ਵੀ ਕੰਸਨਟਰੇਟ ਕਰੋਗੇ ਨਾ, ਤਾਂ ਉਹ ਫੋਟੋ ਤੁਹਾਡੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰਦੀ ਆ। ਅਸੀਂ ਗੁਰਦੁਆਰੇ ਮੰਦਿਰ ਵੀ ਜਾਂਦੇ ਹਾਂ, ਜਾਂਦੇ ਤਾਂ ਨਹੀਂ, ਮਤਲਬ 2 ਮਿੰਟ ਉੱਥੇ ਜਾ ਕੇ ਜਿਹੜੇ ਫਿਰ ਰੱਬ ਦਾ ਨਾਮ ਧਿਆਣਾ ਸ਼ੁਰੂ ਕਰਦੇ ਆ ਨਾ, ਤਾਂ ਫਿਰ ਉਹ ਰੱਬ ਦੇ ਨਾਲ ਸਾਡੀ ਲੇਬਲ ਲੱਗਣੀ ਸ਼ੁਰੂ ਹੁੰਦੀ ਆ। ਤਾਂ ਸਿੱਧੇ ਤੇ ਜਾ ਕੇ ਮਤਲਬ ਨਹੀਂ ਤੁਰੇ ਜਾਂਦੇ, ਠੀਕ ਨਹੀਂ ਹੋ ਜਾਂਦੀ। ਜਦੋਂ ਲੇਬਲ ਲੱਗਣੀ ਸ਼ੁਰੂ ਹੋ ਜਾਂਦੀ, ਲੇਵੀ ਜੋੜਨੀ ਆ ਉਸ ਵਿੱਚ। ਜਿਲੇ ਤੁਹਾਡੀ ਉਹ ਸਾਹਮਣੇ ਦੀ ਪੇਂਟਿੰਗ ਨਾਲ ਫੋਟੋ ਜੁੜ ਗਿਆ ਤੁਹਾਡਾ ਅੰਦਰ, ਤਾਂ ਫਿਰ ਉਹਨੇ ਤੁਸੀਂ ਜੋ ਕਹਿੰਦੇ ਕਨਵੇ, ਉਹਨੇ ਫਿਰ ਤੁਹਾਨੂੰ ਪਤਾ ਨਹੀਂ ਕੀ ਕਨਵੇ ਕਰਨਾ। ਹੋ ਸਕਦਾ ਤੁਹਾਡੀ ਜ਼ਿੰਦਗੀ ਬਦਲਦਾ ਇੱਕ ਉਹ ਸ਼ਾਟ, ਇੱਕ ਫੋਟੋਗ੍ਰਾਫੀ। ਠੀਕ ਹੈ ਨਾ ਜੀ। ਸਾਡਾ ਹੁਣ ਸੈਕੰਡ ਕੁਐਸਚਨ, ਆਈ ਮੀਨ ਨੈਕਸਟ, ਅਸੀਂ ਹੁਣ ਆਲਮੋਸਟ 40 ਈਅਰਸ ਨੂੰ, ਮਤਲਬ 36 ਈਅਰ 40 ਈਅਰਸ ਨੂੰ ਅਪਰੋਚ ਕਰ ਰਹੇ ਹਾਂ। ਬਹੁਤ ਲੰਬਾ ਪੀਰੀਅਡ ਆ। ਇਸ ਸੁਸਾਇਟੀ ਨੂੰ ਅਸੀਂ ਕਾਫੀ ਮਤਲਬ ਛੋਟੀ ਤੋਂ ਹੋ ਕੇ ਵੱਡੀ ਪਾਲਿਆ, ਮਤਲਬ ਠੀਕ ਨਹੀਂ। ਜਿੱਦਾਂ ਵੀ ਅਸੀਂ ਹੁਣ ਆਪਣੇ ਜਿਹੜੀ ਪਬਲਿਕ ਨੂੰ, ਜਿੱਦਾਂ ਅਸੀਂ ਆਰਟ ਪ੍ਰਮੋਸ਼ਨ ਦਾ ਸਾਡਾ ਹੈ ਇਹਦਾ ਟੈਗ ਵੀ ਆਰਟ ਪ੍ਰਮੋਸ਼ਨ ਕਰਦੇ ਹਾਂ। ਸਾਡਾ ਆਉਣੇ ਵਾਲੇ ਟਾਈਮ 'ਚ ਵੀ ਇਹ ਆ ਵੀ ਅਸੀਂ ਲੋਕਾਂ ਨੂੰ ਇਹਨੂੰ ਐਜ ਏ ਆਰਟ ਫਾਰਮ, ਜਿੱਦਾਂ ਮੈਮ ਨੇ ਵੀ ਕਿਹਾ, ਨਵਨੀਤ ਨੇ ਵੀ ਕਿਹਾ, ਵੀ ਆਰਟ ਫਾਰਮ 'ਚ ਇਹਨੂੰ ਅਸੀਂ ਇੱਕ ਡਿਫਰੈਂਟ ਐਂਗਲ ਤੋਂ ਲੈ ਕੇ ਜਾਣਾ ਚਾਹੁੰਦੇ ਹਾਂ। ਮਤਲਬ ਵੀ ਆਰਟ ਫਾਰਮ ਫੋਟੋਗ੍ਰਾਫੀ ਕਿਸ ਤਰ੍ਹਾਂ ਹੋਏਗੀ, ਕੀ ਹੋਣਾ ਚਾਹੀਦਾ, ਤਾਂ ਉਹ ਸਾਡੀ ਇੱਕ ਇਹਦੇ ਵਿੱਚ ਇੱਦਾਂ ਲੱਗੇ ਹੈਗੇ। ਹੁਣ ਅਸੀਂ ਇੰਨੇ ਪੁਰਾਣੇ ਹੋਣਗੇ, ਇਹਦੇ ਵਿੱਚ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤਾ। ਅਸੀਂ ਪਹਿਲਾਂ ਆਪਣੇ ਆਪ ਨੂੰ ਸਿੱਖਣ ਨੂੰ ਦੇਖੋ, ਅਸੀਂ ਇੰਨੇ ਪੁਰਾਣੇ ਬੰਦੇ ਆ, ਮਤਲਬ ਟੋਟਲ ਸਾਨੂੰ ਆਪਣੇ ਆਪ ਸਿੱਖਣ 'ਚ ਇੰਨਾ ਟਾਈਮ ਲੱਗ ਗਿਆ। ਹੁਣ ਮੈਂ ਉਹ ਗੁਰੂ ਨਾਨਕ ਪਾਤਸ਼ਾਹ ਦੀ ਇੱਕ ਤੁਹਾਨੂੰ ਸੁਣਾ ਵੀ ਉਹਨਾਂ ਨੇ ਪਹਿਲਾਂ ਆਪ ਛੋਟੇ ਤੋਂ ਵੱਡੇ ਹੋਏ, ਫਿਰ ਉਹਨੇ 4 ਉਦਾਸੀਆਂ ਆਲੇ ਦੁਆਲੇ ਜਾ ਕੇ ਵੰਡਿਆ। ਸਾਡੀ ਵੀ ਮੈਨੂੰ ਲੱਗਦਾ ਵੀ ਉਹ ਪ੍ਰਮਾਤਮਾ ਦੀ ਬਖਸ਼ਾ ਵੀ 40 ਸਾਲ ਹੋ ਗਏ ਹੁਣ ਸਾਡੇ 'ਚ ਉਹ ਆ ਰਹੇ ਆ, ਅਸੀਂ ਵੀ ਹੁਣ ਉਹ ਵੰਡਾਂਗੇ ਆਲੇ ਦੁਆਲੇ ਜਾ ਕੇ। ਸਾਡਾ ਮੇਨ ਇਹ ਫੋਟੋ ਸੋਸਾਇਟੀ ਦਾ ਇਹ ਰਹੇਗਾ। ਸੋ ਇਹ ਸਨ ਸਾਡੇ ਨਾਲ ਸੁਸਾਇਟੀ ਦੇ ਮੈਂਬਰਸ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ, ਐਗਜ਼ੀਬਿਸ਼ਨ ਐਂਡ ਵਰਕਸ਼ਾਪ ਬਾਰੇ ਦਿੱਤੀ ਆ। ਸੋ ਤੁਸੀਂ ਵੀ ਇਸ ਐਗਜ਼ੀਬਿਸ਼ਨ ਐਂਡ ਵਰਕਸ਼ਾਪ ਨੂੰ ਮਿਸ ਨਾ ਕਰਿਓ। ਚੰਡੀਗੜ੍ਹ ਵਿਖੇ ਕਲਾ ਭਵਨ, ਪੰਜਾਬ ਕਲਾ ਭਵਨ ਵਿਖੇ ਇਸ ਐਗਜ਼ੀਬਿਸ਼ਨ ਔਰ ਵਰਕਸ਼ਾਪ ਦਾ ਆਰਗੇਨਾਈਜ਼ ਹੋਣ ਵਾਲਾ 3 ਰੋਜ਼ਾ ਇਹ ਐਗਜ਼ੀਬਿਸ਼ਨ ਐਂਡ ਵਰਕਸ਼ਾਪ ਹੋਵੇਗੀ, ਜਿਸ ਵਿੱਚ ਚੀਫ ਗੈਸਟ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਖਾਸ ਤੌਰ ਤੇ ਪਹੁੰਚ ਰਹੇ ਨੇ। ਸੋ ਤੁਸੀਂ ਵੀ ਇਸ ਐਗਜ਼ੀਬਿਸ਼ਨ ਦਾ ਹਿੱਸਾ ਬਣੋ ਤਾਂ ਜੋ ਫੋਟੋਗ੍ਰਾਫੀ ਬਾਰੇ ਤੁਹਾਨੂੰ ਹੋਰ ਜ਼ਿਆਦਾ ਜਿਹੜੀ ਜਾਣਕਾਰੀ ਹੈ ਉਹ ਪ੍ਰਾਪਤ ਹੋ ਸਕੇ। ਕੈਮਰਾਮੈਨ ਪਰਮਿੰਦਰ ਸਿੰਘ ਦੇ ਨਾਲ ਮੈਂ ਪਰਵਿੰਦਰ ਸਿੰਘ, ਚੰਡੀਗੜ੍ਹ।